बड़े प्यारे परमेश्वर प्रभु यीशु मसीह के पवित्र समर्थी नाम दे विच एक बार फिर आप सब ਨੂੰ ਪਾਸਟਰ ਅਨਿਲ ਕੁਮਾਰ ਸਿੱਧੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਸਮर्थी ਨਾਮ ਦੇ ਵਿੱਚ ਜੈ ਮਸੀਹ ਦੀ ਮੈਂ ਪ੍ਰਭੂ ਦਾ ਸ਼ੁਕਰ ਕਰਦਾ ਹਾਂ ਕਿ ਇੱਕ ਵਾਰ ਫਿਰ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਇਸ ਨੂੰ ਸਮਾਂ ਦਿੱਤਾ ਕਿ ਅਸੀਂ ਪਰਮੇਸ਼ਵਰ ਦੇ ਪਵਿੱਤਰ ਬਚਨ ਦੇ ਵਿੱਚੋਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਅਸੀਂ ਪੜ੍ਹ ਸੁਣ ਸਕੀਏ ਉਹਦੇ ਤੋਂ ਥੋੜਾ ਮਨਨ ਕਰ ਸਕੀਏ ਸੋ ਆइए ਮੇਰੇ ਅਜ਼ੀਜ਼ੋ ਅੱਜ ਅਸੀਂ परमेश्वर की बाणी दे विच पढ़ के देखांगे ज़बूरा की पुस्तक ओदा 127 अध्याय बच्चों के बारे ਅਸੀਂ देखांगे कि जो परमेश्वर दे ਵੱਲੋਂ ਸਾਨੂੰ इनाम गिफ्ट मिरास परमेश्वर दे ਵੱਲੋਂ ਸਾਨੂੰ आशीष मिली आ ਅਸੀਂ ਉਹਨਾਂ ਦੇ ਬਾਰੇ परमेश्वर ਦੀ ਬਾਣੀ ਦੇ ਵਿੱਚ ਪੜ੍ਹ ਕੇ ਦੇਖਾਂਗੇ ਸੋ ਮੇਰੇ ਨਾਲ ਤੁਸੀਂ ਖੋਲ ਸਕਦੇ ਹੋ ज़बूरा ਦੀ ਪੁਸਤਕ ਉਹਦਾ 127 ਅਧਿਆय ਉਹਦੇ ਤੀਸਰੇ ਵਚਨ ਵਿੱਚ ਲਿਖਿਆ ਵੇਖੋ ਬੱਚੇ ਯਹੋਵਾ ਵੱਲੋਂ ਮਿਰਾਸ ਹਨ ਢਿੱਡ ਦਾ ਫਲ ਇੱਕ ਇਨਾਮ ਹੈ ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ ਤਿਵੇਂ ਜਵਾਨੀ ਦੇ ਪੁੱਤਰ ਹਨ ਧਨ ਹੈ ਉਹ ਮਰਦ ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ ਅਜਿਹੇ ਸ਼ਰਮਿੰਦੇ ਨਾ ਹੋਣਗੇ ਜਦ ਉਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਨਗੇ ਸੋ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ ਤਾਂ ਲਿਖਿਆ ਕਿ ਬੱਚੇ ਯਹੋਵਾ ਪਰਮੇਸ਼ਵਰ ਵੱਲੋਂ ਮਿਰਾਸ ਵਿੱਚ ਮਿਲਦੇ ਆ ਔਰ ਦੇਖਿਆ ਕਿ ਢਿੱਡ ਦਾ ਫਲ ਇੱਕ ਇਨਾਮ ਹੈ ਇਹ ਪਰਮੇਸ਼ਵਰ ਦਾ ਫਜ਼ਲ ਹੈ ਪਰਮੇਸ਼ਵਰ ਦੀ ਬਰਕਤ ਹੈ ਪਰਮੇਸ਼ਵਰ ਦੀ ਹੀ ਆਸ਼ੀਸ਼ ਸਾਡੇ ਜੀਵਨ ਦੇ ਵਿੱਚ ਕਿ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਬੱਚਿਆਂ ਦੇ ਨਾਲ ਨਵਾਜਿਆ ਔਰ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਸਾਡੇ ਉੱਤੇ ਵੀ ਸਾਡੇ ਪੇਰੈਂਟਸ ਸਾਡੇ ਮਾਤਾ ਪਿਤਾ ਨਿਯੁਕਤ ਕੀਤੇ ਜਿਨ੍ਹਾਂ ਦੇ प्रार्थना सदका ਅਸੀਂ परमेश्वर ਦੇ ਵਿੱਚ ਆ ਜਿਹੜੇ ਦੀ ਮਿਹਨਤ ਸਦਕਾ ਅਸੀਂ ਇਸ ਧਰਤੀ ਉੱਤੇ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਰਹੇ ਹਾਂ ਸੋ ਲਿਖਿਆ ਕਿ ਜਿਹੜੇ ਬੱਚੇ ਆ ਉਹ ਯਹੋਵਾ ਵੱਲੋਂ ਮਿਰਾਸ ਆ ਇੱਕ ਇਨਾਮ ਆ ਗਿਫਟ ਆ ਪਰਮੇਸ਼ਰ ਵੱਲੋਂ ਇੱਕ ਤੁਹਾਨੂੰ ਤੇ ਮੈਨੂੰ ਬਲੇਸਿੰਗ ਮਿਲੀ ਆ ਔਰ ਅੱਗੇ ਚਾਰ ਵਚਨ ਲਿਖਿਆ ਦਾ ਕਿ ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ ਤਿਵੇਂ ਜਵਾਨੀ ਦੇ ਪੁੱਤਰ ਹਨ ਧਨ ਹੈ ਉਹ ਮਰਦ ਜਿਹੜਾ ਤਸ਼ਕਰ ਉਹਨਾਂ ਨਾਲ ਭਰਿਆ ਹੋਇਆ ਹੈ ਅਜਿਹੇ ਸ਼ਰਮਿੰਦੇ ਨਾ ਹੋਣਗੇ ਜਦੋਂ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਨਗੇ ਸੋ ਮੇਰੇ ਜੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵਚਨਾਂ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ ਕਿ ਅਬਰਾਹਮ ਦੇ ਕੋਲ ਪਰਮੇਸ਼ਵਰ ਦੇ ਦੁਆਰਾ ਸਾਰੀਆਂ ਬਲੈਸ ਕਰਦੀਆਂ ਸੀਗੀਆਂ ਸੋਨਾ ਚਾਂਦੀ ਮਾਲ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਉਹ ਹਰ ਖੇਤਰ ਦੇ ਵਿੱਚ ਅਬਰਾਹਮ ਦੇ ਕੋਲ ਬੜੀਆਂ ਬਲੈਸਿੰਗਾਂ ਸੀਗੀਆਂ ਪਰ ਫਿਰ ਵੀ ਅਬਰਾਹਮ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੇ ਕੋਲੋਂ ਪ੍ਰਾਰਥਨਾ ਕਰਦਾ 15 ਅਧਿਆਇ ਦੇ ਵਿੱਚ ਅਸੀਂ ਪੜ੍ਹ ਸਕਦੇ ਉਹਦੇ ਦੇ ਵਿੱਚ ਉਹ ਪ੍ਰਭੂ ਯਹੋਵਾ ਅੱਗੇ ਪ੍ਰਾਰਥਨਾ ਕਰਦਾ ਕਹਿੰਦਾ ਕਿ ਪਰਮੇਸ਼ਵਰ ਤੂੰ ਕਹਿੰਦਾ ਕਿ ਮੈਨੂੰ ਕੋਈ ਔਲਾਦ ਨਹੀਂ ਦਿੱਤੀ ਤੂੰ ਮੈਨੂੰ ਕਹਿੰਦਾ ਕੋਈ ਬੱਚਾ ਨਹੀਂ ਦਿੱਤਾ ਫਿਰ ਇਹ ਜਿਹੜੀਆਂ ਬਰਕਤਾਂ ਤੂੰ ਮੈਨੂੰ ਦਿੱਤੀਆਂ ਉਹ ਮੇਰੇ ਘਰ ਦੇ ਉੱਤੇ ਜਿੰਨਾ ਧਨ ਸੋਨਾ ਜੇਵਰਾਤ ਜਾਂ ਜੋ ਕੁਝ ਮੇਰੇ ਜੀਵਨ ਦੇ ਵਿੱਚ ਤੂੰ ਮੈਨੂੰ ਦਿੱਤਾ ਵਾ ਜਦੋਂ ਮੈਂ ਧਰਤੀ ਨੂੰ ਛੱਡ ਕੇ ਜਾਵਾਂਗਾ ਤਾਂ ਇਹ ਮੇਰੇ ਪਿੱਛੋਂ ਮੇਰੇ ਘਰ ਦਾ ਜਿਹੜਾ ਗੋਲੀ ਦਾ ਪੁੱਤਰ ਹੈ ਅਲੀਆਜ਼ਰ ਆ ਕਿ ਇਹ ਉਹਦੇ ਹੋਵੇਗਾ ਕਿ ਇਹ ਉਹਦੇ ਉੱਤੇ ਮੁਖਤਿਆਰੀ ਉਹ ਕਰੇਗਾ ਉਹਦੇ ਉੱਤੇ ਉਹ ਹੁਣ ਆਪਣਾ ਰਾਜ ਬਣਾਵੇਗਾ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਦੇਖੋ ਕਿ ਪਰਮੇਸ਼ਵਰ ਅਬਰਾਹਮ ਨੂੰ ਤੰਬੂ ਤੋਂ ਬਾਹਰ ਲੈ ਕੇ ਗਿਆ ਉਹਨੇ ਆਕਾਸ਼ ਵੱਲ ਕਿਹਾ ਕਿ ਅਗਰ ਤਾਣੇ ਖੇਲ ਸਕਦਾ ਤਾਂ ਕਿ ਐਨੀ ਤੇਰੀ ਅੰਸ਼ ਹੋਵੇਗੀ ਸੋ ਪਰਮੇਸ਼ਵਰ ਆਪਣੇ ਵਾਅਦੇ ਦਾ ਪੂਰਾ ਕਰਨ ਵਾਲਾ ਹੈ ਜਦੋਂ ਅਸੀਂ ਉਤਪਤ 21 ਅਧਿਆਏ ਉਹਦੇ 5 ਵਚਨ ਦੇ ਵਿੱਚ ਪੜ੍ਹ ਕੇ ਦੇਖ ਸਕਦੇ ਹਾਂ ਉੱਥੇ ਲਿਖਿਆ ਕਿ ਅਬਰਾਹਮ 100 ਸਾਲ ਦਾ ਸੀ ਜਦ ਉਹਦਾ ਪੁੱਤਰ ਇਸਹਾਕ ਉਹਦੇ ਘਰ ਦੇ ਵਿੱਚ ਜੰਮਿਆ ਸੋ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਰੱਖਦਾ ਤੁਹਾਨੂੰ ਤੇ ਮੈਨੂੰ ਵੀ ਪਰਮੇਸ਼ਵਰ ਨੇ ਲਿਖਿਆ ਕਿ ਬੱਚੇ ਯਹੋਵਾ ਵੱਲੋਂ ਮਿਰਾਸ ਇੱਕ ਇਨਾਮ ਇੱਕ ਗਿਫਟ ਆ ਲਿਖਿਆ ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ ਆਪਾਂ ਦੇਖਦੇ ਮੇਰੇ ਅਜ਼ੀਜ਼ੋ ਜਦੋਂ ਯੋਧਾ ਕੋਈ ਵਾਰੀਅਰ ਜਦੋਂ ਯੁੱਧ ਦੇ ਵਿੱਚ ਜਾਂਦਾ ਵਾ ਜਦੋਂ ਆਪਣੇ ਸ਼ਤਰੂਆਂ ਦੇ ਨਾਲ ਉਹ ਲੜਾਈ ਦੇ ਵਿੱਚ ਜਾਂਦਾ ਵਾ ਤਾਂ ਉਹਦੇ ਹੱਥ ਦੇ ਵਿੱਚ ਹਥਿਆਰ ਹੋਣਾ ਬਹੁਤ ਹੀ ਜ਼ਿਆਦਾ ਕੰਪਲਸਰੀ ਹੈ ਔਰ ਜਿੰਨਾ ਤਿੱਕਰ ਜਦੋਂ ਤੱਕ ਉਹ ਹਥਿਆਰ ਉਹਦੇ ਹੱਥ ਦੇ ਵਿੱਚ ਹੋਵੇਗਾ ਉਹ ਆਪਣੇ ਵੈਰੀ ਉੱਤੇ ਜਿੱਤ ਪ੍ਰਾਪਤ ਕਰਨ ਦੀ ਸ਼ਮਤਾ ਦੇ ਵਿੱਚ ਬਣਿਆ ਰਹਿੰਦਾ ਵਾ ਔਰ ਦੇਖਿਆ ਧਨ ਹੈ ਉਹ ਮਰਦ ਜਿਹਦਾ ਤਸ਼ਕਸ਼ ਉਹਨਾਂ ਨਾਲ ਭਰਿਆ ਹੋਇਆ ਹੈ ਅਗਰ ਯੋਧਾ ਲੜਾਈ ਵਿੱਚ ਜਾਵੇਗਾ ਤਾਂ ਉਹਦਾ ਜਿਹੜਾ ਤੀਰ ਦਾ ਤਸ਼ਕਰ ਹੈ ਅਗਰ ਉਹ ਖਾਲੀ ਹੋਵੇਗਾ ਤਾਂ ਉਹ ਆਪਣੇ ਵੈਰੀ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਉਹ ਸ਼ਰਮਿੰਦਾ ਹੋਵੇਗਾ ਇਸੇ ਰੀਤੀ ਦੇ ਨਾਲ ਜਦੋਂ ਅਸੀਂ ਪਰਮੇਸ਼ਵਰ ਦੀ ਬਾਣੀ ਵਿੱਚ ਪੜ੍ਹ ਕੇ ਦੇਖਦੇ ਹਾਂ ਤਾਂ ਦੇਖਿਆ ਕਿ ਜਿਹੜੇ ਬੱਚੇ ਆ ਮੇਰੇ ਅਜ਼ੀਜ਼ੋ ਉਹ
परमेश्वर दे वल्लों तुहानूं तां मैनूं मिरास दे विच इनाम दे विच मिले हां जदों असीं परमेश्वर दी बाणी कहो तां ओदा 22 अध्याय ਉਹਦੇ 6 ਵਚਨ ਦੇ ਵਿੱਚੋਂ ਜਦੋਂ ਅਸੀਂ ਪੜ੍ਹ ਕੇ ਦੇਖਦੇ ਹਾਂ ਤਾਂ ਉੱਥੇ ਵੀ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਕੀ ਲਿਖਦੇ ਆ ਲਿਖਿਆ ਕਿ ਬਾਲਕ ਨੂੰ ਉਸ ਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਸੋ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਇਸ ਜਗ੍ਹਾ ਤੇ ਵੀ ਕਹਾਵਤਾਂ ਦੇ ਵਿੱਚ ਲਿਖਿਆ ਕਿ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਇਹ ਤੁਹਾਡੀ ਤੇ ਮੇਰੀ ਰਿਸਪੌਂਸਿਬਿਲਟੀ, ਤੁਹਾਡੀ ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੇਰੇ ਅਜ਼ੀਜ਼ੋ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ परमेश्वर के द्वारा दिते हुए इनाम गिफ्ट नूं जिदा बड़े संभाल संभाल के रखते हैं। तुसी तो मैं तुहाडा तो मेरा फर्ज बनदा कि छोटी उम्र दे विच ही असी अपने बच्चों नूं परमेश्वर दे वचन, परमेश्वर दे व्यवस्था, परमेश्वर दे कलाम और प्रार्थना वाले क्षेत्र दे विच लैके जाना। इत्थे लिखिया कि बालकां नूं ओदा ठीक राह सिखला ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੇ ਨਾ ਹਟੇਗਾ। ਅਗਰ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਪਰਮੇਸ਼ਵਰ ਦੇ ਨਾਲ ਜੋੜਾਂਗੇ, ਪਰਮੇਸ਼ਵਰ ਦੀ ਵਿਵਸਥਾ ਨਾਲ ਜੋੜਾਂਗੇ, ਪਰਮੇਸ਼ਵਰ ਦੇ ਵਚਨ ਨਾਲ ਜੋੜਾਂਗੇ, ਪ੍ਰਾਰਥਨਾ ਵਾਲਾ ਜੀਵਨ ਉਹਨਾਂ ਦੀ ਲਾਈਫ ਦੇ ਵਿੱਚ ਅਸੀਂ ਜੋੜਾਂਗੇ, ਤਦ ਹੀ ਉਹ ਵੱਡੇ ਹੋ ਕੇ ਪ੍ਰਭੂ ਦੇ ਵਿੱਚ ਬਣੇ ਰਹਿਣਗੇ। तद लिखिया कि जिवें सूरमे दे हत्थ विच बाण तिवें जवानी दे पुत्र हन। जदों तक साडे बच्चे साडे कंट्रोल दे विच आ, साडे कहने दे विच आ, साडा फर्ज बनदा कि असीं अपने बच्चों नूं परमेश्वर दे वचन दे नाल, परमेश्वर दे कलाम दे नाल और एक अच्छी गवाही दे नाल पानी है। रिस्पॉन्सिबिलिटी साडी बनदी है मेरे जीजो कि असीं अपने बच्चों नूं की सिखा रहे हां जां असीं अपने बच्चों नूं की प्रोवाइड करवा रहे हां परमेश्वर दे वल्लों। जब परमेश्वर दे नाल उन्हां दा किन्ना क लगाव आ, उन्हां दा लगाव तद ही हो सकदा अगर पेरेंट्स प्रार्थना करते होणगे, अगर माता पिता प्रेयर नहीं करनगे, ऑब्वियसली ਉਹਨਾਂ ਦੇ ਬੱਚੇ ਵੀ ਪ੍ਰਾਰਥਨਾ ਨਹੀਂ ਕਰਨਗੇ, ਉਹਨਾਂ ਦੇ ਬੱਚੇ ਵੀ ਪ੍ਰੇਅਰ ਦੇ ਵਿੱਚ ਨਹੀਂ ਵਧਣਗੇ। ਲਿਖਿਆ ਕਿ ਜਿਨ ਤਾਨੇ ਉਹ ਮਰਦ ਜਿਹਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਵਾ, ਫਿਰ ਉਹ ਸ਼ਰਮਿੰਦਿਆਂ ਨਹੀਂ ਹੋਣਗੇ, ਫਿਰ ਉਹ ਲੱਚਿਆਵਾਂ ਨਹੀਂ ਹੋਣਗੇ, ਉਹਨਾਂ ਦੇ ਬੱਚੇ ਦੇ ਕੋਈ ਕੰਪਲੇਂਟਸ ਨਹੀਂ ਆਵੇਗੀ। ਕਿਉਂ? ਕਿਉਂਕਿ ਉਹ बचपन तो ही प्रभु की आराधना, ਉਹਦੀ ਵਡਿਆਈ, ਉਹਦੀ ਮਹਿਮਾ ਦੇ ਵਿੱਚ ਲੱਗੇ ਹੋਣਗੇ। ਤੁਹਾਡੀ ਤੇ ਮੇਰੀ ਰਿਸਪੌਂਸਿਬਿਲਟੀ ਬਣਦੀ ਹੈ ਮੇਰੇ ਅਜ਼ੀਜ਼ੋ ਕਿ ਅਸੀਂ ਆਪਣੇ ਬੱਚਿਆਂ ਨੂੰ किस तरीके का राह सिखाते पे आ। अगर असी प्रेयर नहीं करांगे साडे बच्चे प्रार्थना नहीं करनगे। अगर पेरेंट्स माता पिता बच्चों नहीं पढ़ाएंगे, बच्चे भी नहीं पढ़ेंगे। जदों असी परमेश्वर की विवाणी व्यवस्था सार ओदा 6 अध्याय ओदे 6 वचन दे विचों पढ़ के देखते हां तो उत्थे भी लिखिया अते ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ, ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਉਹਨਾਂ ਦਾ ਚਰਚਾ ਕਰੋ। ਸੋ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਜਿੱਥੇ ਵੀ ਵਿਵਸਥਾ ਸਾਰ ਦੇ ਵਿੱਚ ਤੁਹਾਨੂੰ ਤੇ ਮੈਨੂੰ ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ। ਔਰ ਲਿਖਿਆ ਕਿ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਅਤੇ ਲਿਖਿਆ ਕਿ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ। ਤੁਸੀਂ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ, ਉੱਠਦਿਆਂ ਉਹਨਾਂ ਦਾ ਚਰਚਾ ਕਰੋ। ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਦੇ ਲਈ ਆਪਣੇ ਹੱਥਾਂ ਉੱਤੇ ਬੰਨੋ ਅਤੇ ਉਹ ਤੁਹਾਡੀਆਂ ਨੇਤਰਾਂ ਵਿਚਕਾਰ ਤਵੀਤ ਜਿਹੀਆਂ ਹੋਣ। ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ। ਸੋ ਮਾਤਾ ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਰਮੇਸ਼ਵਰ ਦੇ ਵਚਨ ਦੇ ਨਾਲ ਬੱਚਿਆਂ ਨੂੰ ਜੋੜਨਾ। ਜਿੱਦਾਂ ਕਹਾਵਤਾਂ 'ਚ ਲਿਖਿਆ ਕਿ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਜੋ ਉਹ ਵੱਡਾ ਹੋ ਕੇ ਵੀ ਉਸ ਤੋਂ ਨਹੀਂ ਹਟੇਗਾ। ਬਹੁਤੇ ਪੇਰੈਂਟਸ ਮੇਰੇ ਅਜ਼ੀਜ਼ੋ ਕੀ ਕਰਦੇ ਆ, ਬੱਚਿਆਂ ਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ, ਪਰਮੇਸ਼ਵਰ ਦੇ ਕਲਾਮ ਦੇ ਨਾਲ, ਪਰਮੇਸ਼ਵਰ ਦੀ ਬਾਣੀ ਨਾਲ, ਦੁਆ ਪ੍ਰਾਰਥਨਾ ਨਹੀਂ ਜੋੜਦੇ। ਉਹ ਉਹਨਾਂ ਦੇ ਹੱਥ ਵਿੱਚ ਮੋਬਾਈਲ ਦੇ ਦਿੰਦੇ, ਬੇਟਾ ਫੜ ਤੂੰ ਮੋਬਾਈਲ ਤੇ ਮੈਨੂੰ ਆਪਣਾ ਕੰਮ ਕਰਦੇ ਤੇ ਤੂੰ ਫੇਸਬੁੱਕ ਤੇ ਜੁੜਿਆ ਜਾਂ ਟਿਕਟੌਕ ਤੇ ਜੁੜਿਆ ਹੈ। ਇਹ ਕਮੀਆਂ ਸਾਡੇ ਦੇ ਵਿੱਚ ਆ। ਅਗਰ ਅਸੀਂ ਬੱਚਿਆਂ ਨੂੰ ਜਦੋਂ ਤੱਕ ਬੱਚੇ ਸਾਡੇ ਕੰਟਰੋਲ ਦੇ ਵਿੱਚ ਆ, ਜਦੋਂ ਤੱਕ ਬੱਚੇ ਸਾਡੇ ਕਹਿਣੇ ਦੇ ਵਿੱਚ ਆ, ਅਗਰ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਨਾਲ, ਪਰਮੇਸ਼ਵਰ ਦੇ ਕਲਾਮ ਦੇ ਨਾਲ ਨਹੀਂ ਜੋੜਾਂਗੇ ਮੇਰੇ ਜੀਜੋ, ਫਿਰ ਜਦੋਂ ਉਹ ਵੱਡੇ ਹੋ ਜਾਣਗੇ ਉਹਨਾਂ ਦੀਆਂ ਦੂਸਰੀਆਂ ਮਾੜੀਆਂ ਆਦਤਾਂ ਜਦੋਂ ਪੱਕ ਜਾਣਗੀਆਂ, ਫਿਰ ਅਸੀਂ ਉਹਨਾਂ ਨੂੰ ਕਹਾਂਗੇ ਬੇਟਾ ਬਾਈਬਲ ਨੂੰ ਪੜ੍ਹੋ,
वो सीरियस नहीं लैणगे। आपां उन्होंने कहांगे बेटा प्रेयर करो, वो सीरियस नहीं लैणगे। क्यों? हुण जिहड़ियां उन्हां दी आदतां वा, जिहड़ा उन्हां दा पालन पोषण आ, वो अगर मसीही लाइफ के अनुसार नहीं होगा मेरे अजीजों, तो तुहानूं तो मैनूं हो सकदा शर्मिंदा होना पवे, तुहानूं तो मैनूं हो सकदा कि लज्जावान होना पवे। तद ये कहंदा कि अजे शर्मिंदे ना होणगे। अगर असीं चाहते हैं कि असीं शर्मिंदा ना होण, साडे बच्चों के लिए कोई इदां दी गलबात ना होवे, पेरेंट्स आण कि साडे बच्चे गलत राह ते ना लगण, तां जरूरी हाँ मेरे अजीजों सानूं तुहानूं ते मैनूं इन्हां बच्चों नूं सही तरीके दे नाल पालना पोषना करनी चाहिदी आ। परमेश्वर दे वचन, परमेश्वर दे कलाम ना जोड़ने चाहिए वा, ताकि आने वाले समय दे विच चलो साडे बच्चे वधन सिर्फ मास लहू दे विच ही नहीं, परमेश्वर दी दुआ प्रार्थना दे विच, ओहदे वचन दे विच, ओहदी महिमा दे विच वाधे जाण। जदों अगे भी असीं परमेश्वर दी बाणी अपसियां ओहदा 6 अध्याय ओहदे 1 वचन दे विच पढ़ के देखांगे। मेरे नाल खोलना परमेश्वर दी बाणी ओची दस अपसियां ओहदा 6 अध्याय जदों असीं परमेश्वर दे वचन दे विचों देखांगे, तो उत्थे भी परमेश्वर दे वचन दे विच लिखिया, हे बालको तुसी प्रभु विच अपने मापियां दे आज्ञाकार रहो, क्यों जो एक धर्म दी गल है। बालकां दे नाल परमेश्वर दा वचन गल कर रहा, कहंदा कि तुसी प्रभु दे विच अपने मापियां दे आज्ञाकार रहो, क्यों जो एक धर्म दी गल है। और अगे लिख दे, कहंदा कि तू अपने मां प्यो दा आदर कर, भई तेरा भला होवे और धरती उत्ते तेरी उम्र लम्मी होवे। मेरे अजीजों दुनिया दे विच जिथे मर्जी तुसी ते मैं चले जाओ, उम्र लंबी करन दी कोई दवाई नहीं मिलेगी। अगर असीं चाहते हैं कि साडी धरती उत्ते उम्र लंबी होवे, तो परमेश्वर दी बाणी दे विचों एक ही दवाई, एक ही मेडिसिन तुहानूं तो मैनूं मिलदी है, जिहड़ा तुहाडी ते मेरी उम्र लंबी करन दी क्षमता रखदी आ। ओह परमेश्वर दा वचन और ओहदे वचन दे विच लिखियां गईयां सारियां ही गल्लां दी आज्ञा करी। लिखिया कि तू अपने मां प्यो दा आदर कर, भई तेरा भला होवे और धरती उत्ते तेरी उम्र लंबी होवे। मेरे अजीजों, परमेश्वर दे वल्लों तुहानूं ते मैनूं भी पेरेंट्स दिते गए, तुहाडे ते मेरे लिए, तुहाडे ते मेरे माता पिता बहुत ही ज़्यादा लाइफ दे विच अहमियत रखने वाले होने चाहिए, क्योंकि माता पिता मेरे अजीजों तुहाडे ते मेरे सिर उत्ते एक छत दी न्याई आ। एक जिदा मकान खड़ा कर दे मेरे अजीजों, कंधा जिन्नियां मर्जी मजबूत बना ली असीं, जिन्नियां मर्जी उहनां दी नींव बुनियाद जिन्नी मर्जी स्ट्रॉन्ग होवे, पर वो कंधा दा उदों तक कोई फायदा नहीं जदों तक ओहदी छत नहीं पई होवेगी। और जिहड़े माता पिता वा मेरे अजीजों, वो एक छत दा काम करते हैं। मकान कभी भी खूबसूरत नहीं बन सकता जब तक कोई छत ना हो। छत बचा कर दी मेरे अजीजों गर्मी तो, सर्दी तो, मींह तो, हनेरी तो, तूफाना तो, क्योंकि छत ही घर को बनाए रखने में मदद करती है। छत होगी तो घर के रहने वाले की सेफ्टी होगी। मेरे अजीजों, इसी तरह तुहाडे ते मेरे माता पिता मेरे अजीजों, तुहाडे मेरे सिर उत्ते एक छत आ। वो सारियां समस्यावां परेशानियां बाबा बीमारियां मेरे अजीजों तुहाडे ते मेरियां रोक लैणगे। बच्चा चाहे चोर भी होवे, चाहे जिद्दां दा मर्जी होवे, ओहदे पेरेंट्स हमेशा ही प्रार्थना करनगे कि इहदियां जिंदगी दी सारियां समस्याएं परेशानियां मैनूं लग जाण। शैतान डैवल भी उदों तक तुहानूं ते मैनूं नुकसान नहीं पहुंचा पावेगा मेरे अजीजों, जद तक तुहाडे ते मेरे माता पिता तुहाडे मेरे सिर ते आ, क्योंकि वो सारियां बलावां नूं, सारियां समस्यावां नूं अपने उपर लै लैणगे। सो इसी करके परमेश्वर दी बाणी च लिखिया, अगर असीं अपने माता पिता दी सेवा करांगे, अगर असीं अपने माता पिता दी सही तरीके नाल देखभाल करनगे, उन्हां दी जिहड़ियां आशीषां दे शब्द आ जां उन्हां जिहड़ियां ब्लैसिंगां दे शब्द आ जदों तक तुहानूं मैनूं मिलदे रहेगी, उन्हां दीयां दुआवां जदों तक तुहानूं मैनूं मिलदे रहणगे, मेरे अजीजों असीं धरती उत्ते एक लंबी जिंदगी जीउण दे हकदार होवांगे। क्योंकि अगर माता पिता सिर ते नहीं है, अगर असीं उन्हां दी रिस्पैक्ट नहीं करांगे, अगर असीं उन्हां दी सही तरीके नाल देखभाल नहीं करांगे, तो मेरे अजीजों धरती उत्ते तुहाडे ते मेरी उम्र लंबी नहीं छोटी होती जाएगी। अगर असीं चाहते हैं कि असीं धरती ते उम्र अपनी लंबी जीवन करिए मेरे अजीजों,
अपने अपने माता पिता की सेवा दे विच शुरू हो जाओ। अपने आप को बेच के भी अपने माता पिता की सेवा करो मेरे अजीजो। जदों तक तुहाडे माता पिता तुहाडे सिर ते अपने आप को बेच के भी उन्हां दे उत्ते तुसीं सब कुछ निशावर कर दो, पर जदों तुहाडे माता पिता तुहाडे सिर तो चके गए फिर तुहाडा जां मेरा उन्हां दे नाल कोई कंसर्न नहीं है। वो अपनी जगह ते तुसीं ते मैं अपनी जगह ते। बहुती वारी असीं देखदे मेरे अजीजो जिउंदियां नूं पुछदे नहीं हैं, मरियां उत्ते बड़े नंबर लगदे, बड़े वधिया वधिया उन्हां दे भोग पैंदे आ। ओहदा कोई बेनिफिट्स नहीं है मेरे अजीजो। जदों तक माता पिता तुहाडे मेरे सिर ते मेरे अजीजो तुहाडा ते मेरा फर्ज बनदा परमेश्वर दी बाणी परमेश्वर दा कलाम भी सिखांदा कि अपने माता पिता का आदर कर, तेरा भला होगा और धरती उत्ते तेरी उम्र लंबी होगी। जदों तक माता पिता पेरेंट्स तुहाडे मेरे कोल है मेरे अजीजो अपने आप नूं अधीन करके उन्हां दी सेवा दे लई दे दिओ। एक बार एक परमेश्वर दास दे मैसेज मैं देख रहा सी मेरे अजीजो, उन्हां दे विच उन्हां ने एक टेस्टमनी दसी जिहड़ी बहुत ही ज़्यादा वधिया सी, जिहड़ी अज भी मैनूं याद है मेरे अजीजो। एक जगह ते बहुत सारे लोग प्रभु दी आराधना, प्रभु दी वरजाई, प्रभु दी महिमा करते पए सी। परमेश्वर दे दास जिहड़े उस जगह दे मुख प्रचारक सी, उन्हां दे कोल एक सिस्टर आई और उन्हें आके परमेश्वर दास दे कोल एक अपनी समस्या साझी की कि मेरे कोई बच्चा नहीं है, मेरे कोई औलाद नहीं है। परमेश्वर दास ने उन्होंने प्रार्थना की और उसने बोलिया बेटी परमेश्वर तेनू एक पुत्र देगा। उस बहन अपने घर चली गई। एक साल बीत गया, ओदे कोई औलाद नहीं हुई, ओदे कोई बच्चा नहीं होया। अगले साल जो फिर उसी जगह ते कन्वेंशन हुई, जो परमेश्वर दे दास उसी जगह ते फिर प्रचारक आए, वो बहन फिर उस जगह पे आई और उसने आके फिर परमेश्वर दास ने बोलिया कि मेरे कोई औलाद नहीं है, मेरे कोई बच्चा नहीं है। परमेश्वर दे दास ने उन्होंने प्रार्थना की, फिर बोला कि परमेश्वर बेटी तेनू एक पुत्र देगा। वो सिस्टर प्रार्थना करा के फिर चले गई। 2 साल बीत के कुछ नहीं होया। अगले साल जो तो फिर कन्वेंशन उस जगह पे रखी गई, वो सिस्टर फिर आई और उसने आके फिर परमेश्वर दास ने आके कि तुसीं 2 साल हो गए मेरे लिए प्रार्थना करते हो और बोल दे हो कि परमेश्वर तुहानू पुत्र देवेगा, परमेश्वर तुहानू पुत्र देवेगा, पर 2 साल हो गए मेरी कोख अज भी खाली, मेरी कोख अज भी फलवंत नहीं हुई। जो परमेश्वर दे दास नाल वो भैन गल करदी पई सी मेरे अजीजो, तब परमेश्वर दे आत्मा ने अपने दास नाल गल कीती और उन्होंने उस भैन नूं पुछया कि बेटी मैनूं इक गल दस कि तेरा रिश्ता तेरी सस दे नाल सही चलता पे, कि तेरी बोलचाल तेरी सस दे नाल सही है, कि तू अपनी सस की सेवा करती है। तो मेरे अजीजो जो उस बहन की लगती भी सेवा उन्हें परमेश्वर दास ने क्लियर किया कि नहीं मेरा संबंध मेरी सस दे नाल वधिया नहीं चलता। परमेश्वर दास ने बोलिया कि बेटी जा अपने घर विच सब तो पहले जाके अपनी सस दे नाल मेल कर, अपनी सस दे नाल जाके सुलह कर। वो सिस्टर अपने घर विच गई, अपनी सस दे कोल जाके उन्हें सॉरी फील की, पैरी पै के रो रो के उन्हें अपनी सस सॉरी फील की। और मेरे अजीजों ओदी सस ने भी उसनों घुट के गले नाल ला लिया, उन्होंने चुमिया। पता नहीं किन्नियां आशीषां ओदी सस ने उन्होंने दे दी, किन्नियां की बरकत दे शब्द उन्होंने उस बहन के उत्ते बोले। और मेरे अजीजों जदों फिर तो वो बहन परमेश्वर दास के कोल गई, परमेश्वर का धन्यवाद करने मेरे अजीजों ओदे हत्थां दे विच 2 बेटे से। परमेश्वर ने उस बंधन को तोड़ा। जो 2 साल की बरकत पता नहीं कितने साल की बरकत जो रुकी हुई सी, वो दीवार टह गई जदों उस सिस्टर ने जाके अपनी सस दे नाल मेल कर लिया और उसकी सस ने दिल तो पता नहीं कितनियां को दुआवां उस अपनी नौं नूं दित्तियां ते ओदी कुख फलवंत हो गई। मेरे अजीजों 2 बेटियां दे नाल अगली कन्वेंशन दे विच वो अपनी सस नूं नाल लेके आई। देखो ये मेरे 2 पुत्र जिहदे बारे तुसीं
घोषणा की सी परमेश्वर तुहानू पुत देगा। सो मेरे अजीजो ये है मेरा परमेश्वर, तुहाडा मेरा परमेश्वर। जदों तक माता पिता तुहाडे मेरे सिर ते तुहाडा ते मेरा फर्ज बनदा उन्हां दी सेवा करिए, उन्हां दा आदर करिए, और जिहड़े बच्चे तुहानू ते मैनू परमेश्वर दिते हैं उन्हां नू सही तरीके नाल पालिए, सही तरीके दे नाल उन्हां दी पालना पोषण करिए, परमेश्वर दी वाणी दे मुताबिक चलाइए। ਇਹ नहीं कि बहुत ही देख देख बेटा फड़ा चुकल मोबाइल ते तू मोबाइल ते पबजी खेली जा ते मैनू नाटक वेख लैंदे, फिर बेटा नाटक ही देखेगा। बहुत बारी होता पेरेंट्स साडे कोल आते, पादरी साहब करो दुआ, ये बाइबल नहीं पढ़ता, प्रेयर नहीं करता। मेरे अजीजों कदी नहीं पढ़ने, कदी नहीं करने की जरूरत। शुरू तो असी उन्हां दा फोकस परमेश्वर दे वचन दे नाल, परमेश्वर दे कलाम दे नाल नहीं करावांगे। परमेश्वर दी अच्छी गल्लां जो तक असी उन्हां दे जीवन विच नहीं बोलांगे। और अगे मेरे अजीजों लिखिया तीसरे वचन दे विच जदों असी अफसियां दे विचों फिर पढ़दे हां, लिखिया कि ये वादे दा पहला हुक्म है, और दूसरा लिखिया अते ही पिताओ तुसी अपने बालकां दा क्रोध ना भड़काओ, सगों प्रभु दी सिक्ख्या अर मत दे के उन्हां दी पालना करो। पेरेंट्स दा भी फर्ज बनदा, माता पिता दा भी फर्ज बनदा कि अपने बच्चों नू परमेश्वर दे कलाम दे मुताबिक ही गल्लां दे विचों समझान, कलाम दियां अच्छियां एग्जांपलां, अच्छियां उदाहरणां, अच्छियां गवाहियां अपने बच्चों दे नाल शेयर करन कि वेखो यीशु मसीह दा काम, यीशु देखो यीशु मसीह दे अमेरिकन, देखो यीशु मसीह दे आशीष दे शब्द जेड़े तुहाडे मेरे लिए प्राण लिखे आ। सो साडा फर्ज बनदा मेरे अजीजो कि असी इन्हां वचनां नूं प्रभु दे नाल अपने हिरदे लिखिया कि जेड़ियां गल्लां मैं तुहानूं हुक्म दिंदा हां तुहाडे हिरदे उत्ते होण। कहंदा कि अपने घर दियां चुकाठां ते लिखो, तुरदे फिरदे लेटदे राह चलदे आ इन्हां दे डिस्कस करया करो अपने बच्चों दे नाल, इन्हां दा विचार वटांदरा करया करो कि देखो बेटा आज परमेश्वर दी वाणी दे विच ओ मैसेज मिलिया, देखो पापा मैं मैसेज नूं पढ़िया। साडा फर्ज बनदा कि असीं बच्चों दे नाल परमेश्वर दी वाणी नूं, परमेश्वर दे कलाम नूं साझा करिए, क्योंकि तुहाडी ते रिस्पांसिबिलिटी बनदी आ, क्योंकि ये इनाम, ये गिफ्ट, ये मिरास मेरे अजीजो जिहड़ा तुहानूं ते मैनूं मिलिया वा ये परमेश्वर दे वल्लों ते साडा फर्ज बनदा पेरेंट्स का भी कि असी अपने बच्चों का पालना पोषण भी प्रभु के वचन मुताबिक करिए। और इत्थे भी लिखिया कि तुसीं अपने बच्चों को प्रभु की सिक्ख्या और मत दे के उनकी पालना पोषण करो। सो परमेश्वर तुहानूं ते मैनूं बहुत प्यार करता मेरे जी। साडा तुहाडा ते मेरा फर्ज बनदा कि सही रीति नाल प्रार्थना करिए। अगर पेरेंट्स प्रार्थना करनगे, माता पिता प्रार्थना करनगे, उन्हां दे बच्चों ते भी वही प्रभाव पवेगा। अगर पेरेंट्स प्रार्थना नहीं करनगे, घर दे विच गलत गल्लां करनगे, गाली गलोच करनगे, माता पिता उनके सही नमूना एग्जाम्पल नहीं बननगे, तो बच्चे भी मेरे अजीजों वही सीखणगे जो असीं उन्हें विखा रहे हैं जां जो असीं उन्हें सिखा रहे हैं। सो साडा फर्ज बनदा और मेरे अजीजों ये परमेश्वर दा फजल आ, ये परमेश्वर दा असीं धन्नवाद करदे मेरे अजीजों कि परमेश्वर तुहानूं ते मैनूं बच्चियां दी गिफ्ट दिंदा, बच्चों का इनाम तुहानूं दिंदा वा। असीं दुनियावी तौर पर वेख सकते हैं मेरे अजीजों, उस भैन की फैमिली दे विच कोई इज्जत नहीं होती जब तक वो कुक फलवंत नहीं होती। वो जिन्नी मर्जी सोहनी होवे, जिन्नी मर्जी रिच फैमिली तो होवे, वो कोई रिस्पैक्ट फैमिली से नहीं होती। बहुत ही तरह तरह के नामां दे नाल उन्होंने पुकारा जाता, बड़े अपशब्द नाम वो ले जाते हैं। कई लोग देखते असीं उन्हां दा परछावां लेना भी पसंद नहीं करते, उन्हां दे घर भी आना जाना पसंद नहीं करते। एक श्राप है मेरे अजीजों जिहदी कोई फलवंत नहीं है, जिहदा ढिड दे विचों कोई फल पैदा नहीं होया। पर मैं प्रभु दा धन्नवाद करदा और मैं प्रार्थना करदा यीशु मसीह दे अगे, प्रभु उन्हां भैणां नूं भी विरास और गिफ्ट ना पार मेरे पिता, जो आज तक तेरे बच्चे पिता जी इस गिफ्ट तो वांझे आ। मेरी प्रार्थना मेरे अजीजों परमेश्वर यहोवा दे अगे कि परमेश्वर उहदे कोख नूं फलवंत करे, जिदा परमेश्वर ने हन्ना दी कोख नूं फलवंत कीता, जिदा परमेश्वर ने सारा ते रिबका दी कोख नूं फलवंत कीता, जिदा परमेश्वर ने एलिजाबेथ दी कोख नूं फलवंत कीता। परमेश्वर इदां ही उन्हां भैणां दी कोख नूं फलवंत करदा वे, उन्हां दे भैणां दा भी परमेश्वर आशीष दे दे, वो भी अपनी लाइफ दे विच वधिया सी। ते मैं प्रभु दा धन्नवाद करना मेरे अजीजों, परमेश्वर ने इस बंधन तो, इस शराब तो तुहानूं ते मैनूं बचा के रखे, तुहाडी ते मेरी इज्जत बनाई है मेरे अजीजों। औरत दी घर दे विच इज्जत तद ही हुंदी है मेरे अजीजों, अगर फल नूं उत्पन्न करदी है।
ਤੇ ਉਹਦੀ ਰਿਸਪੌਂਸਿਬਿਲਟੀ ਬਣਦੀ ਕਿ ਦਿੱਤੇ ਹੋਏ ਫਲ ਨੂੰ ਸਹੀ ਤਰੀਕੇ ਦੇ ਨਾਲ ਪਾਲਣਾ ਪੋਸ਼ਣਾ ਕੀਤੀ ਜਾਵੇ ਪ੍ਰਭੂ ਦੇ ਬਾਣੀ ਪ੍ਰਭੂ ਦੇ ਵਚਨਾਂ ਦੇ ਨਾਲ। ਜਿੱਦਾਂ ਕਹਾਵਤਾਂ ਦੇ ਵਿੱਚ ਵੀ ਲਿਖਿਆ ਮੇਰੇ ਅਜ਼ੀਜ਼ੋ ਕਿ ਬਾਲਕਾਂ ਨੂੰ ਉਹਦਾ ਠੀਕ ਰਾਹ ਸਿਖਲਾ, ਉਹ ਵੱਡਾ ਹੋ ਕੇ ਵੀ ਉਸ ਤੋਂ ਨਹੀਂ ਹਟੇਗਾ। ਸੋ ਮੇਰੇ ਅਜ਼ੀਜ਼ੋ ਸਾਡਾ ਫਰਜ਼ ਬਣਦਾ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਬੜੇ ਗੰਭੀਰਤਾ ਨਾਲ ਲਈਏ, ਆਪਣੇ ਬੱਚਿਆਂ ਨੂੰ ਵੀ ਸਹੀ ਤਰੀਕੇ ਨਾਲ ਪਾਲਣਾ ਪੋਸ਼ਣਾ ਕਰੀਏ, ਆਪਣੇ ਮਾਤਾ ਪਿਤਾ ਦੀ ਵੀ ਅਸੀਂ ਦੇਖਭਾਲ ਸਹੀ ਤਰੀਕੇ ਨਾਲ ਪ੍ਰਭੂ ਦੀ ਬਾਣੀ ਮੁਤਾਬਿਕ ਚੱਲੀਏ, ਤਾਂ ਕਿ ਮਾਤਾ ਪਿਤਾ ਜਿੱਦਾਂ ਇੱਕ ਘਰ ਉੱਤੇ ਛੱਤ ਜਿਹੜੀ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਤੋਂ ਬਚਾਉਂਦੀ ਆ, ਇਹਦੇ ਮਾਤਾ ਪਿਤਾ ਵੀ ਤੁਹਾਨੂੰ ਤੇ ਮੈਨੂੰ ਸਮੱਸਿਆ ਪਰੇਸ਼ਾਨੀਆਂ ਦੁੱਖਾਂ ਦੇ ਵੇਲੇ ਤੋਂ ਬਚਾਉਂਦੇ ਆ। ਉਹ ਤੁਹਾਡੇ ਮੇਰੇ ਲਈ ਇੱਕ ਢਾਲ ਬਣ ਕੇ ਖੜੇ ਹੋ ਜਾਂਦੇ ਆ, ਉਹ ਤੁਹਾਨੂੰ ਤੇ ਮੈਨੂੰ ਬਲੈਸ ਕਰਦੇ ਆ। ਉਹ ਜਦੋਂ ਤੱਕ ਪੇਰੈਂਟਸ ਕਰਦੇ ਆ, ਤੁਹਾਡਾ ਤੇ ਮੇਰਾ ਫਰਜ਼ ਬਣਦਾ ਮੇਰੇ ਅਜ਼ੀਜ਼ੋ ਆਪਣੇ ਆਪ ਨੂੰ ਵੇਚ ਕੇ ਵੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ। ਉਹਨਾਂ ਨੂੰ ਕਦੇ ਵੀ ਅਪਸ਼ਬਦ ਨਹੀਂ ਬੋਲਣਾ ਚਾਹੀਦਾ, ਉਹਨਾਂ ਨੂੰ ਕਦੇ ਵੀ ਦਿਲ ਉਹਨਾਂ ਦਾ ਦੁਖਾਣਾ ਨਹੀਂ ਚਾਹੀਦਾ। ਅਗਰ ਅਸੀਂ ਇਹ ਕੰਮ ਕਰਦੇ ਹਾਂ ਤਾਂ ਮੈਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਅਸੀਂ ਅੱਜ ਇਸ ਬੁਰੇ ਕੰਮ ਨੂੰ ਛੱਡ ਦਈਏ, ਨੈਗੇਟਿਵ ਗੱਲਾਂ ਛੱਡ ਦਈਏ, ਸਾਡੇ ਮਾਤਾ ਪਿਤਾ ਸਾਡੇ ਤੋਂ ਖੁਸ਼ ਹੋਣ, ਕਿਉਂਕਿ ਕਹਾਵਤਾਂ 'ਚ ਲਿਖਿਆ ਕਿ ਤੇਰੇ ਚਰਨ ਵਾਲੇ ਤੇ ਤੋਂ ਖੁਸ਼ ਹੋ ਗਏ। ਸਾਡਾ ਕੋਈ ਹੱਕ ਨਹੀਂ ਬਣਦਾ ਅਗਰ ਅਸੀਂ ਆਪਣੇ ਪੇਰੈਂਟਸ ਨੂੰ ਖੁਸ਼ੀ ਨਹੀਂ ਦੇ ਸਕਦੇ ਜਾਂ ਅਸੀਂ ਉਹਨਾਂ ਨੂੰ ਇੱਜ਼ਤ ਨਹੀਂ ਦੇ ਸਕਦੇ, ਅਗਰ ਅਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰ ਸਕਦੇ, ਤਾਂ ਤੁਹਾਡਾ ਮੇਰਾ ਕੋਈ ਫਰਜ਼ ਨਹੀਂ ਬਣਦਾ ਮੇਰੇ ਚੀਜ਼ੋਂ ਕਿ ਅਸੀਂ ਉਹਨਾਂ ਦਾ ਦਿਲ ਵੀ ਦਿਖਾਈਏ। ਕਿਉਂਕਿ ਅਗਰ ਅਸੀਂ ਉਹਦਾ ਦਿਲ ਦਿਖਾਵਾਂਗੇ ਤਾਂ ਪਰਮੇਸ਼ਰ ਦਾ ਕਰੋਧ ਤੁਹਾਡੇ ਮੇਰੇ ਤੇ ਭੜਕੇਗਾ। ਪਰ ਪਰਮੇਸ਼ਰ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਦਿਲ ਦਿਖਾਈਏ ਜਾਂ ਸਾਡੇ ਬੱਚੇ ਸਾਡਾ ਕੱਲ ਦਿਲ ਦਿਖਾਉਣ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਮੇਰੇ ਚੀਜ਼ੋਂ ਜੋ ਅਸੀਂ ਬੀਮਾ ਬੋਵਾਂਗੇ ਉਹੀ ਅਸੀਂ ਵਟਾਂਗੇ। ਸੋ ਪਰਮੇਸ਼ਰ ਦਾ ਵਚਨ ਤੁਹਾਨੂੰ ਮੈਨੂੰ ਸਿਖਾਉਂਦਾ। ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਬੱਚੇ ਵਧੀਆ ਬਣਨ ਤਾਂ ਸਾਨੂੰ ਪਹਿਲਾਂ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਲਈ ਇੱਕ ਐਗਜ਼ਾਮਪਲ ਬਣਨੀ ਪਵੇਗੀ ਮੇਰੇ ਅਜ਼ੀਜ਼ੋ। ਬੱਚਾ ਬਾਹਰੋਂ ਕੁਝ ਨਹੀਂ ਸਿੱਖਦਾ, ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਪ੍ਰਭੂ ਦੇ ਵਿੱਚ ਵਧੀਆ ਰਹੀਏ, ਉਹਦੇ ਨਾਮ ਨੂੰ ਮਹਿਮਾ ਦੇਈਏ ਔਰ ਉਹਦੇ ਵਿੱਚ ਵੱਧਦੇ ਜਾਈਏ। ਔਰ ਜਿਹੜਾ ਇਨਾਮ ਔਰ ਗਿਫਟ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਮੇਰੇ ਅਜ਼ੀਜ਼ੋ ਤੁਹਾਨੂੰ ਤੇ ਮੈਨੂੰ ਬੱਚੇ ਮਿਲੇ ਆ, ਪਰਮੇਸ਼ਵਰ ਦੇ ਵਚਨ ਦੇ ਮੁਤਾਬਿਕ ਅਸੀਂ ਇਹਨਾਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਪਾਵੇ। ਸੋ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਆਪ ਸਭ ਨੂੰ ਇਸ ਵਚਨ ਦੇ ਦੁਆਰਾ ਬਲੈਸ ਕਰੇ। ਆਪ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਸਮਰਥੀ ਨਾਮ ਦੇ ਵਿੱਚ ਪਿਆਰ ਭਰੀ ਜੈ ਮਸੀਹ।